ਤੇ ਹੁਣ ਸਵੇਰ ਵਾਲਾ ਸ਼ੋ ਵਿਜੇ ਸੈਣੀ ਦੇ ਨਾਲ। ਬਸ ਕੱਲ ਕੈਨੇਡੀਅਨ ਮਿਲਟਰੀ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ ਮੈਡੀਟਰੇਨੀਅਨ ਸੀ ਦੇ ਵਿੱਚ, ਤੇ ਦਿਸ ਵਾਸ ਬਿਟਵੀਨ ਗ੍ਰੀਸ ਐਂਡ ਇਟਲੀ, ਤੇ ਉਧਰ ਨੈਟੋ ਦੀ ਇੱਕ ਐਕਸਰਸਾਈਜ਼ ਵਾਸਤੇ, ਇੱਕ ਜੁਆਇੰਟ ਮਿਸ਼ਨ ਵਾਸਤੇ ਇਹ ਹੈਲੀਕਾਪਟਰ ਉੱਥੇ ਇੱਕ ਜਿਹੜੀ ਸ਼ਿਪ ਹੈ HMCS ਫਰੈਡਰਿਕਟਨ, ਕੈਨੇਡੀਅਨ ਨੇਵੀ ਦੀ ਸ਼ਿਪ ਹੈ, ਉਹਦੇ ਉੱਪਰ ਤੈਨਾਤ ਸੀ। ਤੇ ਕੱਲ੍ਹ ਜਦੋਂ ਇਨੀਸ਼ੀਅਲੀ ਖਬਰਾਂ ਆਈਆਂ ਉਦੋਂ ਇਹ ਗੱਲ ਪੱਕਾ ਪਤਾ ਨਹੀਂ ਸੀ ਇਹਦੇ ਬਾਰੇ ਕਿ ਇਹ ਕੈਨੇਡੀਅਨ ਮਿਲਟਰੀ ਦਾ ਹੈਲੀਕਾਪਟਰ ਹੈ ਜਾਂ ਕਿਸੇ ਹੋਰ ਮੁਲਕ ਦਾ ਹੈਲੀਕਾਪਟਰ ਹੈ। ਵਿਜੇ ਆਇਓਨੀਅਨ ਸੀ ਹੈਗਾ, ਐਡਰੀਆਟਿਕ ਸੀ ਨਾਰਥ ਵਿੱਚ ਆ, ਮੈਡੀਟਰੇਨੀਅਨ ਸੀ ਸਾਊਥ ਵਿੱਚ ਆ, ਉਹਦੇ ਵਿਚਕਾਰ ਹੈ ਆਇਓਨੀਅਨ ਸੀ ਜੀ। ਇਹ ਹੈਗਾ ਮੇਰਾ ਖਿਆਲ ਬਿਟਵੀਨ ਇਟਲੀ ਐਂਡ ਗ੍ਰੀਸ ਜੀ, ਇਟਲੀ ਤੇ ਗ੍ਰੀਸ ਦੇ ਦਰਮਿਆਨ। ਸੋ ਗ੍ਰੀਕ ਦੀ ਕੋਸਟ ਤੋਂ 80 ਕਿਲੋਮੀਟਰ ਦੂਰ ਇਹ ਜਿਹੜਾ ਹੈਲੀਕਾਪਟਰ ਹੈ ਇਹ ਕ੍ਰੈਸ਼ ਹੋਇਆ ਜੀ। ਸੋ ਸਾਈਕਲੋਨ ਹੈਲੀਕਾਪਟਰ ਹੈ, ਨਾਰਮਲੀ ਇਹਨੂੰ ਰੈਸਕਿਊ ਆਪਰੇਸ਼ਨਸ ਲਈ ਯੂਜ਼ ਕੀਤਾ ਜਾਂਦਾ। ਤੇ ਵੀਰੇ ਇਹ ਹੈਲੀਕਾਪਟਰ ਵੀ ਕਾਫੀ ਵਿਵਾਦਾਂ ਦਾ ਵਿਸ਼ਾ ਬਣਿਆ ਰਿਹਾ। ਉਹ ਤਾਂ ਇਹਦੀ ਬਹੁਤ ਲੰਬੀ ਕਹਾਣੀ ਆ, ਉਹਦੇ ਵੱਲ ਵੀ ਜਾਂਦੇ ਆ। ਪਹਿਲਾਂ ਉੱਥੋਂ ਹੀ ਚੱਲਣਾ, ਹੁਣ ਉੱਥੋਂ ਚੱਲ ਪੈਂਦੇ ਆ। ਇਹ ਹੈਲੀਕਾਪਟਰ ਦੇਖੋ, ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਸੀ ਕਿੰਗ ਹੈਲੀਕਾਪਟਰ ਯੂਜ਼ ਕੀਤੇ ਜਾਂਦੇ ਸੀ, ਤੇ ਸੀ ਕਿੰਗ ਹੈਲੀਕਾਪਟਰ ਬਾਰੇ ਗੱਲ ਚੱਲੀ ਜੀ। ਛੋਟੇ ਹੈਲੀਕਾਪਟਰ ਨੇ, ਹੁਣ ਸਾਨੂੰ ਆਪਣੀ ਕੈਪੇਬਿਲਿਟੀ ਵਧਾਉਣ ਦੀ ਜ਼ਰੂਰਤ ਹੈ। 50 ਸਾਲ ਪੁਰਾਣਾ ਮਾਡਲ ਸੀ, ਤੇ ਜੇ ਇਹਨੂੰ ਆਪਾਂ ਨਵਾਂ ਹੈਲੀਕਾਪਟਰ ਹੁਣ ਕੁਝ ਕਰੀਏ, ਵਾਸੂ ਸੀ ਕਿੰਗ ਹੈਲੀਕਾਪਟਰ ਨੂੰ ਰਿਪਲੇਸ ਕਰਨ ਦੀਆਂ ਗੱਲਾਂ ਕੈਨੇਡਾ ਦੇ ਵਿੱਚ 1983 'ਚ ਸ਼ੁਰੂ ਹੋਈਆਂ ਸੀ, 1983 ਤੋਂ। ਹੁਣ ਤੁਸੀਂ ਵੇਖੋ ਕਈ ਵਾਰੀ ਜਿਹੜਾ ਪੋਲੀਟਿਕਸ ਦਾ ਹਾਥੀ ਹੈ ਉਹ ਕਿੰਨੀ ਮੱਠੀ ਚਾਲ ਚੱਲਦਾ। ਉਸ ਤੋਂ ਬਾਅਦ ਇਹ ਬਹੁਤ ਬੈਕ ਐਂਡ ਫੋਰਥ ਚੱਲਦਾ ਰਿਹਾ। ਕਈ ਵਾਰੀ ਚਿੱਟਾ ਹਾਥੀ ਵੀ ਬਣ ਜਾਂਦਾ। ਤੇ ਇਹ ਜਿਹੜੀ ਪ੍ਰੋਕਿਉਰਮੈਂਟ ਸੀਗੀ, ਕੈਨੇਡੀਅਨ ਮਿਲਟਰੀ ਨੇ ਨਵੰਬਰ 2008 ਦੇ ਵਿੱਚ ਇਹ ਜਿਹੜੇ ਸਾਈਕਲੋਨ ਹੈਲੀਕਾਪਟਰ ਨੇ ਇਹਦੀ ਡਿਲੀਵਰੀ ਲੈਣੀ ਸੀ। ਵਿਜੇ ਆਰਡਰ ਕੀਤਾ ਗਿਆ ਸੀ 2004 ਦੇ ਵਿੱਚ, ਯੈਸ, ਤੇ ਡਿਲੀਵਰੀ ਹੋਣੀ ਸੀ 2008 ਦੇ ਵਿੱਚ। ਪਰ ਡਿਲੀਵਰੀ ਹੋਈ ਕਦੋਂ? 2015 ਦੇ ਵਿੱਚ। ਜਿਹੜਾ ਉਹ ਵੀ ਦੇਖੋ, ਟੋਟਲ 28 ਹੈਲੀਕਾਪਟਰ ਆਰਡਰ ਕੀਤੇ ਸੀ 2004 'ਚ, 2008 ਦੇ ਵਿੱਚ ਡਿਲੀਵਰੀ ਹੋਣੀ ਸੀ। ਪਰ ਪਹਿਲਾ ਜਿਹੜਾ ਮਿਲਿਆ ਇਹ ਹੈਲੀਕਾਪਟਰ, ਜਦੋਂ ਇਹਦੇ ਫਸਟ ਬੈਚ ਮਿਲਣਾ ਸ਼ੁਰੂ ਹੋਇਆ 2015 'ਚ, ਤੇ ਉਹਦੇ 'ਚ ਵੀ ਬਹੁਤ ਸਾਰੇ ਸੌਫਟਵੇਅਰਸ ਨਹੀਂ ਸੀਗੇ। ਹਾਂ, ਵਾਸੂ 28 ਚੋਂ ਵੀ ਅਜੇ 18 ਹੈਲੀਕਾਪਟਰ ਡਿਲੀਵਰ ਹੋਏ ਨੇ, ਅਜੇ ਵੀ 28 ਦੇ 28 ਮਿਲੇ ਨਹੀਂ। ਅੱਛਾ, ਹੁਣ ਇੰਨਾ ਪੰਗਾ, ਇੰਨਾ ਲੌਂਗ ਪ੍ਰੋਸੈਸ ਕਾਹਤੇ ਚੱਲ ਪਿਆ ਇਹਨੂੰ? ਕਹਿੰਦੇ ਵੀ ਐਕਚੁਅਲੀ ਜਿਹੜਾ ਇਹ ਸਾਈਕਲੋਨ ਹੈਲੀਕਾਪਟਰ ਹੈ, ਦਿਸ ਵਾਜ਼ ਅ ਸਿਵਿਲੀਅਨ ਹੈਲੀਕਾਪਟਰ। ਫਿਰ ਇਹਨੂੰ ਥੋੜ੍ਹਾ ਹੋਰ, ਇਹਨੂੰ ਜਿਵੇਂ ਇਹਦਾ ਮਸਲ ਪਾਵਰ ਇਹਦੀ ਵਧਾਉਣੀ ਸੀ, ਇਹਦਾ ਸੌਫਟਵੇਅਰ ਅਪਗ੍ਰੇਡ ਕਰਨਾ ਸੀ, ਇਹਨੂੰ ਜ਼ਿਆਦਾ ਰਗਡ ਬਣਾਉਣਾ ਸੀ, ਤਾਂ ਕਿ ਇਹ ਮਿਲਟਰੀ ਦੇ ਆਪਰੇਸ਼ਨਸ ਦੇ ਮੁਤਾਬਕ ਇਹਦੇ ਵਿੱਚ ਪਾਵਰ ਹੋਵੇ, ਸ਼ਮਤਾ ਹੋਵੇ। ਸਿਕੋਰਸਕੀ S-92 ਹੈਲੀਕਾਪਟਰ ਹੈ, ਯੈਸ, ਜਿਹਨੂੰ ਮਿਲਟਰਾਈਜ਼ ਉਹਦਾ ਵਰਜ਼ਨ ਬਣਾਇਆ ਗਿਆ ਜਿਹੜਾ ਹੁਣ ਸਾਈਕਲੋਨ ਹੈਲੀਕਾਪਟਰ। ਸੋ ਜਿਹੜੀ ਸਿਕੋਰਸਕੀ ਕੰਪਨੀ ਹੈ ਉਹ ਪੇਰੈਂਟ ਕੰਪਨੀ ਹੈ ਜਿਹੜੀ ਇਹ ਹੈਲੀਕਾਪਟਰ ਮੈਨੂਫੈਕਚਰ ਕਰਦੀ ਹੈ। ਸੋ S-92 ਸੀਗਾ ਜੀ, ਸਿਵਿਲੀਅਨ ਹੈਲੀਕਾਪਟਰ, ਉਹਨੂੰ ਇਹਨਾਂ ਨੇ ਥੋੜਾ ਮੋਡੀਫਾਈ ਕਰਕੇ ਸਾਈਕਲੋਨ ਹੈਲੀਕਾਪਟਰ ਬਣਾਇਆ। ਤਾਂ ਵੀ ਇੰਨਾ ਟਾਈਮ ਲੱਗ ਗਿਆ। ਅੱਛਾ, ਹੁਣ ਉਹਦੇ ਵਿੱਚ ਇੱਕ ਗੱਲ ਹੋਰ ਕੀ ਆ, ਕਹਿੰਦੇ ਕਿ ਜਿਹੜਾ ਹੁਣ ਇਹ ਹੈਲੀਕਾਪਟਰ ਕ੍ਰੈਸ਼ ਹੋਇਆ, ਇਹ ਪਹਿਲੀ ਵਾਰਦਾਤ ਨਹੀਂ ਹੋਈ ਕਿ ਇਸ ਹੈਲੀਕਾਪਟਰ ਨਾਲ ਕੋਈ ਅਜਿਹਾ ਪੰਗਾ ਪਿਆ ਹੋਵੇ। ਨਵਾਂ ਹੈਲੀਕਾਪਟਰ ਇੱਕ ਤਾਂ ਇਸ ਤਰ੍ਹਾਂ ਕ੍ਰੈਸ਼ ਹੋਣਾ, ਹੁਣ ਇਹ ਇਨਵੈਸਟੀਗੇਸ਼ਨ ਚੱਲਣੀ ਆ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਇਸੇ ਹੈਲੀਕਾਪਟਰ ਦਾ ਇੱਕ ਹੋਰ ਮਾਡਲ, ਮਤਲਬ ਇਹੀ ਹੈਲੀਕਾਪਟਰ ਬੇਸਿਕਲੀ, ਅਨਦਰ ਯੂਨਿਟ, ਹਾਂ, ਅਨਦਰ ਯੂਨਿਟ ਆਫ ਦੀ ਹੈਲੀਕਾਪਟਰ, ਉਹਦੀ ਵੀ ਹਾਰਡ ਲੈਂਡਿੰਗ ਹੋਈ ਸੀ। ਤੇ ਵਿਜੇ ਹੁਣ ਇਸ ਹੈਲੀਕਾਪਟਰ ਦੇ ਵਿੱਚ ਆਮ ਤੌਰ 'ਤੇ 4 ਲੋਕਾਂ ਦਾ ਕਰੂ ਹੁੰਦਾ, 4, ਤੇ ਉਹਦੇ ਵਿੱਚ 2 ਪਾਇਲਟ ਹੁੰਦੇ ਨੇ, ਤੇ ਇੱਕ ਜਿਹੜੇ ਬਾਕੀ ਮੇਰੇ ਖਿਆਲ ਟੈਕਟੀਕਲ ਸਪੋਰਟ ਲਈ ਹੁੰਦੇ ਨੇ, ਤੇ ਇੱਕ ਹੋਰ ਹੁੰਦਾ ਇੱਕ ਜਿਹੜਾ ਕੰਪਿਊਟਰ ਵਗੈਰਾ ਉਹਨੂੰ ਆਪਰੇਟ ਕਰਨ ਲਈ, ਤੇ ਨਾਲ ਇਹਦੇ ਬਹੁਤ ਸਾਰੇ ਪੈਸੇਂਜਰਸ ਇਸ ਏਅਰਕ੍ਰਾਫਟ ਦੇ ਵਿੱਚ ਬੈਠ ਸਕਦੇ ਨੇ। ਤੇ ਜਦੋਂ ਇਹ ਕ੍ਰੈਸ਼ ਹੋਇਆ, ਮੰਨਿਆ ਜਾ ਰਿਹਾ ਕਿ 6 ਉਹਦੇ ਵਿੱਚ ਲੋਕ ਸਵਾਰ ਸੀਗੇ ਜੀ। ਤੇ ਸਵੇਰੇ ਹੀ ਨੇਟੋ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਸ਼ਹੀਦ ਹੋਏ ਨੇ ਇਹਦੇ ਵਿੱਚ ਕੈਨੇਡੀਅਨ ਮਿਲਟਰੀ ਦੇ ਜਿਹੜੇ ਮੈਂਬਰ ਸਨ, ਉਹਨਾਂ ਦਾ ਨਾਮ ਰਿਲੀਜ਼ ਕੀਤਾ ਗਿਆ, ਤੇ ਉਹਨਾਂ ਨੇ ਅੱਜ ਸਵੇਰੇ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਯੈਸ ਵਿਜੇ, ਪਹਿਲਾਂ ਨਾ ਇਹਨਾਂ ਦੀ ਫੈਮਿਲੀ, ਐਬੀਗੇਲ ਕਾਬਰਾਓ ਹੈਗੇ, ਇਹਨਾਂ ਦੀ ਫੈਮਿਲੀ ਨੇ ਪਹਿਲਾਂ ਜਾਣਕਾਰੀ ਇਹ ਜਿਹੜੀ ਸਾਂਝੀ ਕਰਤੀ ਸੋਸ਼ਲ ਮੀਡੀਆ 'ਤੇ ਕਿ ਸਾਡੀ ਬੇਟੀ ਜਿਹੜੀ ਕਿ ਕੈਨੇਡੀਅਨ ਫੋਰਸਿਸ ਦੇ ਵਿੱਚ ਬਹੁਤ ਸਾਲਾਂ ਤੋਂ ਕੰਮ ਕਰ ਰਹੀ ਸੀ, ਉਹ ਸ਼ਹੀਦ ਹੋ ਗਈ ਹੈ ਜੀ। ਤੇ ਉਸ ਤੋਂ ਬਾਅਦ ਫਿਰ ਪੁਸ਼ਟੀ ਕੀਤੀ ਗਈ ਕਿ ਐਬੀਗੇਲ ਕਾਬਰਾਓ ਇਹਨਾਂ ਦਾ ਨਾਮ ਹੈ। ਸੋ ਅਜੇ ਤੱਕ ਇੱਕ ਹੀ ਕਨਫਰਮ ਹੋਈ ਹੈ ਡੈਥ, ਤੇ ਪਰ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋ ਗਿਆ, ਇਹ ਗੱਲ ਪੱਕੀ ਹੈ ਕਿ ਆਇਓਨੀਅਨ ਸੀ ਦੇ ਵਿੱਚ ਹੋਇਆ। ਗ੍ਰੀਕ ਮੀਡੀਆ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਸ਼ਾਇਦ ਰੈਕੇਜ ਜਿਹੜਾ ਹੈ ਉਹ ਸਪੌਟ ਵੀ ਕਰ ਲਿਆ ਗਿਆ, ਪਰ ਅਜੇ ਤੱਕ ਕੈਨੇਡੀਅਨ ਆਰਮਡ ਫੋਰਸਿਸ ਦਾ ਹੀ ਕਹਿਣਾ ਹੈ ਕਿ ਰੈਸਕਿਊ ਮਿਸ਼ਨ ਚੱਲ ਰਿਹਾ ਹੈ, ਸਰਚ ਮਿਸ਼ਨ ਚੱਲ ਰਿਹਾ। ਤੇ ਉਹਦੇ ਵਿੱਚ ਵੀ ਜੇ ਦੇਖੋ, ਇਹ ਆਪ ਸਰਚ ਐਂਡ ਰੈਸਕਿਊ ਲਈ ਇਸਤੇਮਾਲ ਕੀਤਾ ਜਾਂਦਾ ਸੀ ਇਹ ਹੈਲੀਕਾਪਟਰ। ਤੇ ਹੁਣ ਜਿਸ ਜਹਾਜ਼ ਦੇ ਉੱਤੇ
ਇਹਨੂੰ ਤੈਨਾਤ ਕੀਤਾ ਗਿਆ ਸੀ ਇਸ ਹੈਲੀਕਾਪਟਰ ਨੂੰ ਜੀ HCMS ਫਰੈਡਰਿਕਟਨ HMCS ਫਰੈਡਰਿਕਟਨ ਹਾਂ ਤੇ ਹੁਣ ਨਾਲ ਇਟਾਲੀਅਨ ਸ਼ਿਪ ਇੱਕ ਹੈਗੀ ਆ ਤੇ ਇੱਕ ਟਰਕੀ ਦੀ ਸ਼ਿਪ ਆ ਇਹ ਤਿੰਨੋਂ ਜਹਾਜ਼ ਹੁਣ ਇਸ ਹੈਲੀਕਾਪਟਰ ਨੂੰ ਲੱਭ ਰਹੇ ਨੇ ਅੱਛਾ ਹੁਣ ਹਾਂ ਥੋੜਾ ਹੁਣ ਕੰਟੈਕਸਟ ਜੇ ਇਹ ਵੀ ਦੇ ਦਈਏ ਕਿ ਨਾਲ ਹੀ ਸ਼ਿਪ ਦੀ ਗੱਲ ਹੋ ਰਹੀ ਹੈ ਨਾਲ ਹੈਲੀਕਾਪਟਰ ਦੀ ਗੱਲ ਹੋ ਰਹੀ ਹੈ ਇਹ ਮਾਜਰਾ ਕੀ ਹੈ ਹਨਾ ਸੋ ਇਹ ਜਿਹੜਾ ਸ਼ਿਪ ਹੈ HMCS ਫਰੈਡਰਿਕਟਨ ਇਹ ਨੇਟੋ ਦੇ ਇੱਕ ਮਿਸ਼ਨ ਦੇ ਵਾਸਤੇ ਇਹਨੂੰ ਉਧਰ ਤੈਨਾਤ ਕੀਤਾ ਗਿਆ ਨੇਟੋ ਦਾ ਜਿਹੜਾ ਮਿਸ਼ਨ ਹੈ ਇਟਸ ਕਾਲਡ ਆਪਰੇਸ਼ਨ ਰੀਅਸ਼ੋਰੈਂਸ ਆਪਰੇਸ਼ਨ ਰੀਅਸ਼ੋਰੈਂਸ ਕਾਹਦੇ ਵਾਸਤੇ ਰਸ਼ੀਆ ਨੇ 2014 ਦੇ ਵਿੱਚ ਜਦੋਂ ਯੂਕਰੇਨ ਦਾ ਕ੍ਰਾਈਮੀਆ ਵਾਲਾ ਏਰੀਆ ਦੱਬ ਲਿਆ ਸੀ ਦੱਬਿਆ ਹੀ ਆ ਉਹ ਉਸ ਤੋਂ ਬਾਅਦ ਇਹ ਜਿਹੜੇ ਨੇਟੋ ਵੱਲੋਂ ਉੱਥੇ ਮਿਸ਼ਨ ਸ਼ੁਰੂ ਕੀਤਾ ਗਿਆ ਤਾਂ ਕਿ ਜਿਹੜਾ ਰਸ਼ੀਅਨ ਐਗਰੈਸ਼ਨ ਹੈ ਉਹਨੂੰ ਯੂਰੋਪੀਅਨ ਈਸਟਰਨ ਯੂਰਪ ਦੇ ਵਿੱਚ ਸਪੈਸ਼ਲੀ ਉਹਦੇ ਉੱਪਰ ਨਿਗਰਾਨੀ ਕੀਤੀ ਜਾ ਸਕੇ ਹੁਣ ਜਿਹੜਾ ਇਹ ਨੇਟੋ ਦੇ ਉੱਥੇ ਦੋ ਵੱਖਰੇ ਵੱਖਰੇ ਮਿਸ਼ਨਸ ਨੇ ਦੋ ਗਰੁੱਪਸ ਉੱਥੇ ਆਪਰੇਟ ਕਰਦੇ ਨੇ ਜਿਹੜਾ ਇਹ ਵਾਲਾ ਗਰੁੱਪ ਹੈ ਇਹ ਮੈਡੀਟਰੇਨੀਅਨ ਸੀ ਦੇ ਵਿੱਚ ਆਪਰੇਟ ਕਰਦਾ ਸੀ ਤੇ ਕੈਨੇਡਾ ਹੈਜ਼ ਬੀਨ ਕੰਟਰੀਬਿਊਟਿੰਗ ਟੂ ਦੈਟ ਸਾਈਡ ਆਫ ਦ ਮਿਸ਼ਨ ਤੇ ਹੁਣ ਇਹਦੇ ਕਰਕੇ ਇਹ 6 ਮਹੀਨੇ ਦੀ ਡਿਪਲੋਇਮੈਂਟ ਤੇ ਇਹ ਜਿਹੜੀ ਸ਼ਿਪ ਸੀ HMCS ਫਰੈਡਰਿਕਟਨ ਇਹਨੂੰ ਭੇਜਿਆ ਗਿਆ ਸੀ ਤੇ ਉਸ ਸ਼ਿਪ ਦੇ ਉੱਪਰ ਜਿਹੜਾ ਇਹ ਵਾਲਾ ਹੈਲੀਕਾਪਟਰ ਆ ਇਹ ਉਸ ਸ਼ਿਪ ਦੇ ਉੱਪਰ ਡਿਪਲੋਏ ਕੀਤਾ ਹੋਇਆ ਸੀ ਤੇ ਵਿਜੇ 2015 ਦੇ ਵਿੱਚ ਇਹ ਸਰਵਿਸ ਦੇ ਵਿੱਚ ਆਇਆ ਹੈਲੀਕਾਪਟਰ ਤੇ ਉਦੋਂ ਤੋਂ ਲੈ ਕੇ ਹੁਣ ਤੱਕ 5 ਓਵਰਸੀਜ਼ ਮਿਸ਼ਨਸ ਦੇ ਵਿੱਚ ਇਹ ਹੈਲੀਕਾਪਟਰ ਜਾ ਚੁੱਕਿਆ ਤੇ ਜਿਹੜਾ ਕਿ ਤੁਸੀਂ ਦੱਸਿਆ ਆਪਰੇਸ਼ਨ ਰੀਅਸ਼ੋਰੈਂਸ ਉਹਦਾ ਕੰਮ ਸਿਰਫ ਇਹੀ ਹੈ ਕਿ ਉੱਥੇ ਆਪਣੀ ਨੇਟੋ ਦੀ ਪ੍ਰੈਜ਼ੈਂਸ ਬਣਾ ਕੇ ਰੱਖਣੀ ਮੈਡੀਟਰੇਨੀਅਨ ਇਲਾਕੇ ਦੇ ਵਿੱਚ ਤਾਂ ਕਿ ਈਸਟ ਯੂਰਪ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਰਸ਼ੀਆ ਨੂੰ ਇਦਾਂ ਨਾ ਲੱਗੇ ਕਿ ਰਾਹ ਪੱਧਰਾ ਹੈਗਾ ਕਿ ਮੈਂ ਕੁਝ ਵੀ ਕਰ ਸਕਦਾ ਸੋ ਉਹਦਾ ਕੰਮ ਹੈ ਕਿ ਉੱਥੇ ਮਿਲਟਰੀ ਪ੍ਰੈਜ਼ੈਂਸ ਬਣਾ ਕੇ ਰੱਖਣਾ ਤੇ ਰਸ਼ੀਆ ਨੂੰ ਅੱਖਾਂ ਦਿਖਾਉਂਦੇ ਰਹਿਣਾ ਬੇਸਿਕਲੀ ਪਹਿਰੇਦਾਰੀ ਹੈ ਉੱਥੇ ਯੈਸ ਐਗਜ਼ੈਕਟਲੀ ਤੇ ਇਹ ਸਿਰਫ ਇੱਕ ਐਕਸਰਸਾਈਜ਼ ਹੀ ਸੀ ਕੋਈ ਮਤਲਬ ਐਕਟਿਵ ਮਿਲਟਰੀ ਕੋਈ ਆਪਰੇਸ਼ਨ ਨਹੀਂ ਸੀਗਾ ਕਰੈਕਟ ਸੋ ਥੀਸ ਵਰ ਜਸਟ ਨੇਟੋ ਐਕਸਰਸਾਈਜ਼ਸ ਜਿਹੜੀਆਂ ਆਮ ਤੌਰ ਤੇ ਹੁੰਦੀਆਂ ਰਹਿੰਦੀਆਂ ਨੇ ਸੋ ਉਹਨਾਂ ਦੇ ਵਿੱਚ ਹਿੱਸਾ ਲੈ ਰਿਹਾ ਸੀ ਤੇ ਬਹੁਤ ਸਾਰੇ ਵਿਜੇ ਜਿਹੜੇ ਕੈਨੇਡੀਅਨ ਆਰਮਡ ਫੋਰਸਿਸ ਦੇ ਸ਼ਿਪਸ ਜਿਹੜੇ ਕਿ ਫੋਰਨ ਵਾਟਰਸ ਦੇ ਵਿੱਚ ਤੈਨਾਤ ਨੇ ਇਸ ਵੇਲੇ ਉਹਨਾਂ ਨੂੰ COVID-19 ਦੇ ਕਰਕੇ ਵਾਪਸ ਬੁਲਾ ਲਿਆ ਗਿਆ ਦੈਟਸ ਰਾਈਟ ਯੈਸ ਪਰ ਇਹ ਵਾਲਾ ਸ਼ਿਪ ਉੱਥੇ ਉਹਨੂੰ ਰੱਖਿਆ ਹੋਇਆ ਸੀ ਅਜੇ ਵੀ ਉੱਥੇ ਸੀਗਾ ਕਿਉਂਕਿ ਉਹਨੂੰ 6 ਮਹੀਨੇ ਵਾਸਤੇ ਜਨਵਰੀ 'ਚ ਹੀ ਹਲੇ ਭੇਜਿਆ ਸੀ ਅੱਛਾ ਜਿਹੜੇ ਕੁਝ ਪਾਇਲਟਸ ਨੇ ਕੰਬੈਟ ਫਾਈਟਰ ਪਾਇਲਟਸ ਨੇ ਜਿਨ੍ਹਾਂ ਨੇ ਪਹਿਲਾਂ ਜਿਹੜਾ ਸੀ ਕਿੰਗ ਹੈਲੀਕਾਪਟਰ ਸੀ ਉਹਦੇ ਉੱਪਰ ਉਹ ਕੰਮ ਕਰਦੇ ਰਹੇ ਨੇ ਜਿਨ੍ਹਾਂ ਨੂੰ ਇਸ ਹੈਲੀਕਾਪਟਰ ਬਾਰੇ ਵੀ ਪਤਾ ਉਹਨਾਂ ਨੇ ਇਹ ਗੱਲ ਵੀ ਦੱਸੀ ਕਹਿੰਦੇ ਕਿ ਜਿਹੜਾ ਇਸ ਹੈਲੀਕਾਪਟਰ ਦਾ ਸਿਸਟਮ ਆ ਉਹ ਕੋ ਪਾਇਲਟ ਨੂੰ ਛੇਤੀ ਕਿਤੇ ਇੰਟਰਵੀਨ ਨਹੀਂ ਕਰਨ ਦਿੰਦਾ ਕਹਿੰਦੇ ਉਹ ਸਿਚੁਏਸ਼ਨ ਇਹ ਹੈ ਕਿ ਮੰਨ ਲਓ ਉਹਨਾਂ ਨੇ ਕਿਹਾ ਵੀ ਇਟਸ ਲਾਈਕ ਜਿਹੜੀਆਂ ਵੀਡੀਓ ਗੇਮਸ ਦੇ ਵਿੱਚ ਜਿਵੇਂ ਜੋਇਸਟਿਕਸ ਨਹੀਂ ਹੁੰਦੀਆਂ ਇਟਸ ਲਾਈਕ 2 ਜੋਇਸਟਿਕਸ ਕਨੈਕਟਡ ਟੂ ਦ ਸੇਮ ਗੇਮ ਹੁਣ ਇੱਕ ਬੰਦਾ ਗੇਮ ਖੇਡਦਾ ਪਿਆ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਜੋਇਸਟਿਕ ਦੀ ਜੋ ਪੋਜੀਸ਼ਨ ਹੈ ਉਹ ਜਦੋਂ ਤੁਸੀਂ ਲੈਟਸ ਸੇ ਕਿ ਜੇ ਉਹਦਾ ਰੇਂਜ ਆਫ ਮੋਸ਼ਨ ਲੈਟਸ ਸੇ ਜੇ 45 ਡਿਗਰੀ ਦਾ ਤੇ ਉਹ ਜੋਇਸਟਿਕ ਪਈ ਹੈਗੀ ਆ ਐਟ ਲੈਟਸ ਸੇ 30 ਡਿਗਰੀ ਜਦ ਤੁਸੀਂ ਉਹਨੂੰ ਆਪਰੇਟ ਕਰ ਰਹੇ ਹੋ 30 ਡਿਗਰੀ ਤੇ ਉਹਨੇ ਇੱਕ ਪਾਰਟਿਕੂਲਰ ਕਿਸਮ ਦਾ ਐਂਗਲ ਦੇਣਾ ਪਰ ਕਿਉਂਕਿ ਹੁਣ ਤੁਹਾਨੂੰ ਤਾਂ ਦਿਖ ਰਿਹਾ ਕਿ ਉਹ ਜੋਇਸਟਿਕ 30 ਡਿਗਰੀਜ਼ ਤੇ ਆ ਪਰ ਕੰਟਰੋਲ ਦੂਜੇ ਪਾਸੇ ਆ ਸੋ ਉਧਰ ਉਹ ਐਕਚੁਅਲੀ 에ਅਰਕ੍ਰਾਫਟ ਦੀ ਸਥਿਤੀ ਕੀ ਆ ਸੋ ਜਿਹੜਾ ਕੋ ਪਾਇਲਟ ਆ ਉਹ ਛੇਤੀ ਕਿਤੇ ਇੰਟਰਵੀਨ ਕਰ ਨਹੀਂ ਸਕਦਾ ਮੈਨੂੰ ਕਈ ਵਾਰ ਇਹ ਸਮਝ ਨਹੀਂ ਆਉਂਦੀ ਵਾਸੂ ਕਿ ਜਦੋਂ ਅਪਗ੍ਰੇਡਸ ਕੀਤੀਆਂ ਜਾਂਦੀਆਂ ਕਹਿਣ ਨੂੰ ਇਹ ਆਧੁਨਿਕ ਟੈਕਨੋਲੋਜੀ ਵਾਲਾ ਬਿਹਤਰ ਹੈਲੀਕਾਪਟਰ ਹੈ 50 ਸਾਲ ਵਾਲੇ ਪੁਰਾਣੇ ਸੀ ਕਿੰਗ ਹੈਲੀਕਾਪਟਰ ਨਾਲੋਂ ਬਿਹਤਰ ਹੈਲੀਕਾਪਟਰ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਇੱਕ ਬੇਸਿਕ ਚੀਜ਼ ਨੂੰ ਕਿਉਂ ਇਦਾਂ ਓਵਰਲੁੱਕ ਕਰ ਦਿੱਤਾ ਜਾਂਦਾ ਵੀਰੇ ਜਦੋਂ ਵੀ ਵਰਲਡ ਓਵਰ ਆਰਮਡ ਫੋਰਸਿਸ ਦੇ ਕਿਸੇ ਵੀ ਇਕਵਿਪਮੈਂਟ ਦਾ ਕੋਈ ਇਦਾਂ ਦਾ ਕ੍ਰੈਸ਼ ਹੋ ਜਾਂਦਾ ਜਾਂ ਹਾਦਸਾਗ੍ਰਸਤ ਹੁੰਦਾ ਜਦੋਂ ਵੀ ਤੇ ਉਹਦੀਆਂ ਜਿਹੜੀਆਂ ਖਾਮੀਆਂ ਹੁੰਦੀਆਂ ਨੇ ਉਹਨਾਂ ਨੂੰ ਮੀਡੀਆ ਦੇ ਵਿੱਚ ਡੈਫੀਨਿਟਲੀ ਉਜਾਗਰ ਕੀਤਾ ਜਾਂਦਾ ਤੇ ਭਾਵੇਂ ਇੰਡੀਆ ਦੇ ਵਿੱਚ ਉਹ ਮਿਗ 에ਅਰਕ੍ਰਾਫਟਸ ਹੋਣ ਪਾਕਿਸਤਾਨ ਦੇ ਵਿੱਚ F-16s ਹੋਣ ਤੇ ਹੁਣ ਇੱਥੇ ਕੈਨੇਡਾ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਹੁਣ ਸਾਈਕਲੋਨ ਹੈਲੀਕਾਪਟਰਸ ਦੀ ਉਹ ਗੱਲ ਚੱਲ ਰਹੀ ਆ ਇਹਨਾਂ ਹੈਲੀਕਾਪਟਰਸ ਨੂੰ ਵਿਜੇ 2012 ਦੇ ਵਿੱਚ ਪੀਟਰ ਮੈਕੇ ਡਿਫੈਂਸ ਮਿਨਿਸਟਰ ਸੀਗੇ ਉਸ ਵੇਲੇ ਜਿਹੜੇ ਕਿ ਹੁਣ ਕੰਜ਼ਰਵੇਟਿਵ ਦੇ ਲੀਡਰਸ਼ਿਪ ਕੈਂਡੀਡੇਟ ਤੇ ਉਹਨਾਂ ਨੇ ਉਸ ਵੇਲੇ ਕਿਹਾ ਸੀ ਕਹਿੰਦੇ ਇਟ ਇਜ਼ ਦ ਵਰਸਟ ਪ੍ਰੋਕਿਉਰਮੈਂਟ ਇਨ ਦ ਹਿਸਟਰੀ ਆਫ ਕੈਨੇਡੀਅਨ ਆਰਮਡ ਫੋਰਸਿਸ ਤੇ ਫਿਰ ਜੇ ਉਦੋਂ ਇਹ ਗੱਲ ਕਿਉਂਕਿ ਇਹਦੀ ਪ੍ਰੋਕਿਉਰਮੈਂਟ ਦੇ ਵਿੱਚ ਸਮਾਂ ਬਹੁਤ ਲੱਗਿਆ ਇਹਦੀ ਡਿਵੈਲਪਮੈਂਟ ਦੇ ਵਿੱਚ ਸਮਾਂ ਬਹੁਤ ਲੱਗਿਆ ਉਸ ਤੋਂ ਬਾਅਦ ਵੀ ਇਹ ਕਾਫੀ ਜ਼ਿਆਦਾ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਕਿ ਇਹ ਕੇਪੇਬਲ ਹੈ ਵੀ 에ਅਰਕ੍ਰਾਫਟ ਕਿ ਨਹੀਂ ਤੇ ਫਿਰ ਉਹਨੂੰ ਡਿਪਲੋਏ ਕਰ ਲਿਆ ਗਿਆ 2015 ਦੇ ਵਿੱਚ ਤੁਸੀਂ ਵਾਸੂ ਇਹ ਸੋਚੋ ਜਰਮਨੀ ਵਰਗਾ ਮੁਲਕ ਅਜੇ ਵੀ ਉਹ ਸੀ ਕਿੰਗ ਹੈਲੀਕਾਪਟਰ ਯੂਜ਼ ਕਰਦੇ ਨੇ ਉਹਨਾਂ ਨੇ ਵੀ ਉਹਦੀ ਰਿਪਲੇਸਮੈਂਟ ਜਿਹੜਾ ਇੱਕ ਨਵਾਂ ਹੈਲੀਕਾਪਟਰ ਲਿਆਂਦਾ ਸੀ N90 ਸਮਥਿੰਗ ਇੱਦਾਂ ਦਾ ਕੋਈ ਮਾਡਲ ਆ ਉਹ ਉਹਨਾਂ ਨੂੰ ਵੀ ਕੋਈ ਇੰਨਾ ਈਜ਼ੀ ਨਹੀਂ ਹੋ ਰਿਹਾ ਉਹਨੂੰ ਫੇਜ਼ ਇਨ ਕਰਨਾ ਉਹ ਅਜੇ ਵੀ ਸੀ ਕਿੰਗ ਹੈਲੀਕਾਪਟਰ ਇਸਤੇਮਾਲ ਕਰਦੇ ਪਏ ਨੇ ਸੋ ਮਤਲਬ ਕਿ ਜਿਹੜਾ 50 ਸਾਲ ਪੁਰਾਣਾ ਵਾਲਾ ਮਾਡਲ ਸੀ ਜਿਹੜਾ 올ਡ ਇਜ਼ ਗੋਲਡ ਵਾਲੀ ਗੱਲ ਚੱਲਦੀ ਹੈ ਮਤਲਬ ਉਹ ਸਹੀ ਹੈ ਫਿਰ ਜਦੋਂ ਇੰਡੀਆ ਦੇ ਵਿੱਚ ਹੁੰਦੇ ਸੀ ਨਾ ਵਿਜੇ ਵਾਈਲ ਵੀ ਵਰ ਗਰੋਇੰਗ ਅਪ ਇਨ ਸਕੂਲ ਐਂਡ ਯੂਨੀਵਰਸਿਟੀ ਡੇਜ਼ ਉਦੋਂ ਸਾਡੇ ਇੱਕ ਅਜ਼ੰਪਸ਼ਨ ਇਹ ਹੁੰਦੀ ਸੀ ਕਿ ਵੈਸਟਰਨ ਕੰਟਰੀਜ਼
ਜਿੰਨੀਆਂ ਵੀ ਆਰਮ ਪ੍ਰੋਡਕਸ਼ਨ ਹੈ ਸਾਰੀ ਵੈਸਟ ਵਿੱਚ ਹੁੰਦੀ ਹੈ ਜ਼ਿਆਦਾਤਰ, ਤੇ ਕੁਝ ਮਿਡਲ ਈਸਟ ਦੇ ਵਿੱਚ ਵੀ ਹੁੰਦੀ ਹੈ, ਆਲ ਆਫ ਅਸ ਨੋ। ਤੇ ਜਿੰਨਾ ਵੀ ਉਹਨਾਂ ਦਾ ਕੋਈ ਪੁਰਾਣਾ ਜਿਹੜਾ ਕੋਈ ਉਹਨਾਂ ਦਾ ਕਹਿ ਲਓ ਰਹਿਣ ਖੂਨ ਹੁੰਦੀ ਆ, ਉਹਨੂੰ ਉਹ ਡੰਪ ਕਰ ਦਿੰਦੇ ਆ ਥਰਡ ਵਰਲਡ ਕੰਟਰੀਜ਼ ਦੇ ਵਿੱਚ। ਪਰ ਹੁਣ ਇੱਥੇ ਆ ਕੇ ਪਤਾ ਲੱਗ ਰਿਹਾ ਕਿ ਇੱਥੇ ਵੀ ਲਾਈਕ 50 ਸਾਲ ਪੁਰਾਣਾ ਮਾਡਲ ਜਿਹੜਾ ਸੀ ਦੈਟ ਵਾਜ਼ ਇਨ ਸਰਵਿਸ ਨਾਟ ਵੈਰੀ ਲੌਂਗ ਅਗੋ, ਤੇ ਜਿਵੇਂ ਤੁਸੀਂ ਜਰਮਨੀ ਦੀ ਗੱਲ ਕਰ ਰਹੇ ਹੋ ਉਹ ਹਲੇ ਵੀ ਯੂਜ਼ ਕਰੀ ਜਾ ਰਹੇ ਨੇ। ਤੇ ਇਸੇ ਕਰਕੇ ਨਾ ਕੱਲ ਜਦੋਂ ਵਾਸੂ ਗੱਲ ਹੋਈ, ਕਹਿੰਦੇ ਕਿ ਇਹ ਸ਼ਾਇਦ ਸੀ ਕਿੰਗ ਹੈਲੀਕਾਪਟਰ ਕ੍ਰੈਸ਼ ਹੋਇਆ ਜਦੋਂ ਉੱਥੋਂ ਔਨ ਦ ਗਰਾਊਂਡ ਜਾਂ ਫਰੋਮ ਦ ਸੀ ਜੋ ਰਿਪੋਰਟਸ ਆ ਰਹੀਆਂ ਸੀ। ਉਹ ਕਹਿੰਦੇ ਵੀ ਸੀ ਕਿੰਗ ਤੇ ਜਰਮਨੀ ਵਾਲੇ ਯੂਜ਼ ਕਰਦੇ ਨੇ, ਕਿਤੇ ਉਹਨਾਂ ਦਾ ਕ੍ਰੈਸ਼ ਤੇ ਨਹੀਂ ਹੈ ਇਹ। ਫਿਰ ਇਹ ਬਾਅਦ 'ਚ ਗੱਲ ਕਨਫਰਮ ਹੋਈ ਕਿ ਨਹੀਂ, ਇਹ ਜਿਹੜਾ ਕੈਨੇਡਾ ਵੱਲੋਂ ਯੂਜ਼ ਕੀਤਾ ਜਾਂਦਾ ਸਾਈਕਲੋਨ ਹੈਲੀਕਾਪਟਰ ਹੈ ਉਹ ਕ੍ਰੈਸ਼ ਹੋਇਆ। ਸੋ ਇਹਦੇ ਵਿੱਚੋਂ ਅਜੇ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ। ਇਹਦੀ ਕਾਫੀ ਜ਼ਿਆਦਾ ਮੈਨੂੰ ਲੱਗਦਾ ਪ੍ਰੋਬ ਚੱਲਣੀ ਆ, ਸਪੈਸ਼ਲੀ 2015 ਦੇ ਵਿੱਚ ਕਮਿਸ਼ਨ ਕੀਤੇ ਹੈਲੀਕਾਪਟਰ ਵਿਦਿਨ 2 ਇਅਰਸ। ਪਿਛਲੇ ਸਾਲ 2019 'ਚ ਇੱਕ ਇਹਦੀ ਹਾਰਡ ਲੈਂਡਿੰਗ ਹੋਈ ਤੇ ਹੁਣ ਤੇ ਕ੍ਰੈਸ਼ ਹੋ ਗਿਆ, ਤੇ ਇੱਕ ਜਿਹੜੇ ਮਿਲਟਰੀ ਦੇ ਮੈਂਬਰ ਸਨ ਉਹ ਸ਼ਹੀਦ ਵੀ ਹੋ ਗਏ ਨੇ, ਤੇ 6 ਲੋਕ ਸਵਾਰ ਸਨ ਵਿਜੇ, ਬਾਕੀ 5 ਵੀ ਅਜੇ ਮਿਲੇ ਨਹੀਂ ਨੇ। ਤੇ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਹੈ ਤੇ ਉਹਦਾ ਰੈਕੇਜ ਵੀ ਸਪੌਟ ਹੋਇਆ ਅਕੋਰਡਿੰਗ ਟੂ ਗ੍ਰੀਕ ਮੀਡੀਆ, ਤੇ ਉਹਨਾਂ ਦੇ ਸਰਵਾਈਵਲ ਦੇ ਚਾਂਸਸ ਬਹੁਤ ਘੱਟ ਨੇ।